Good morning, students. I hope you all are doing well. Now we will start our next topic number second of chapter number third. ਕੱਲ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕੱਲ ਆਪਾਂ ਕੀਤਾ ਸੀ ਟੌਪਿਕ ਨੰਬਰ ਫਰਸਟ ਜਿਹਦਾ ਨਾਮ ਸੀ ਐਗਰੀਗੇਟ ਡਿਮਾਂਡ। ਠੀਕ ਹੈ, ਉਸ ਤੋਂ ਬਾਅਦ ਅੱਜ ਆਪਾਂ ਸਟਾਰਟ ਕਰਨਾ ਹੈ ਐਗਰੀਗੇਟ ਸਪਲਾਈ। ਸਭ ਤੋਂ ਪਹਿਲਾਂ ਆਪਾਂ ਮੀਨਿੰਗ ਦੇਖਾਂਗੇ ਵੀ ਐਗਰੀਗੇਟ ਸਪਲਾਈ ਕਿਹਨੂੰ ਕਹਿੰਦੇ ਆ। देखो, aggregate supply refers to value of final goods and services that all the producers are willing to supply in the economy in a given time of period। ठीक है, ਸਪਲਾਈ ਮਤਲਬ ਕਿਸੇ ਚੀਜ਼ਾਂ ਦੀ ਪੂਰਤੀ ਕਰਨਾ, ਮਤਲਬ ਗੁड्स ਤੇ ਸਰਵਿਸ ਨੂੰ ਪ੍ਰੋਡਿਊਸ ਕਰਨਾ। ਠੀਕ ਹੈ, ਉਹ ਕੌਣ ਪ੍ਰੋਡਿਊਸ ਕਰਦਾ? ਸਾਰੇ ਪ੍ਰੋਡਿਊਸਰਸ। ਹੁਣ ਐਗਰੀਗੇਟ ਸਪਲਾਈ ਕੀ ਆ? ਐਗਰੀਗੇਟ ਸਪਲਾਈ ਦੇ ਵਿੱਚ ਦੇਖੋ, ਇੱਕ ਇਕੋਨਮੀ ਦੇ ਵਿੱਚ ਇੱਕ ਗਿਵਨ ਪੀਰੀਅਡ ਆਫ ਟਾਈਮ ਆ, ਮਤਲਬ ਇੱਕ ਆਪਾਂ ਅਕਾਊਂਟਿੰਗ ਈਅਰ ਲੈ ਕੇ ਚੱਲਦੇ ਹਾਂ, ਉਹਦੇ ਵਿੱਚ ਜਿੰਨੇ ਪ੍ਰੋਡਿਊਸਰ ਵੀ ਗੁड्स ਤੇ ਸਰਵਿਸ ਦੀ ਸਪਲਾਈ ਕਰਨਾ ਚਾਹੁੰਦੇ ਆ ਉਹਨੂੰ ਕੀ ਕਹਿ ਦਿੰਦੇ ਆ? ਐਗਰੀਗੇਟ ਸਪਲਾਈ ਕਿਹਾ ਜਾਂਦਾ। ਠੀਕ ਹੈ, ਜਿੰਨੇ ਪ੍ਰੋਡਿਊਸਰ ਆ ਜਿਹੜੇ ਗੁड्स ਐਂਡ ਸਰਵਿਸ ਪ੍ਰੋਡਿਊਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ? ਐਗਰੀਗੇਟ ਸਪਲਾਈ। ਸੋ AS, A मतलब aggregate, S मतलब supply, means value of total goods and service that is available in an economy। ਇੱਕ ਇਕੋਨਮੀ ਦੇ ਵਿੱਚ ਜਿੰਨੀਆਂ ਵੀ ਗੁड्स ਤੇ ਸਰਵਿਸ ਪ੍ਰੋਡਿਊਸ ਹੁੰਦੀਆਂ, ਠੀਕ ਹੈ, ਜਾਂ ਮੌਜੂਦ ਹੁੰਦੀਆਂ, ਉਹਨਾਂ ਦੀ ਵੈਲਿਊ ਨੂੰ ਹੀ ਕੀ ਕਿਹਾ ਜਾਂਦਾ? ਐਗਰੀਗੇਟ ਸਪਲਾਈ ਕਿਹਾ ਜਾਂਦਾ। ਠੀਕ ਹੈ, the value of AC is equal to the national income। ਹੁਣ ਆਪਣੇ ਅੱਗੇ ਕੀ ਪੜ੍ਹਨ ਨੂੰ ਆਪਾਂ ਦੇਖਦੇ ਹਾਂ ਕਿ ਜਿਹੜੀ AC ਆ ਜੋ AS ਆ ਇਜ਼ ਇਕੁਅਲ ਟੂ ਦਾ ਨੈਸ਼ਨਲ ਇਨਕਮ, ਮਤਲਬ ਐਗਰੀਗੇਟ ਸਪਲਾਈ ਨੂੰ ਨੈਸ਼ਨਲ ਇਨਕਮ ਦੇ ਇਕੁਅਲ ਮੰਨਿਆ ਜਾਂਦਾ। ਆਪਾਂ ਕੀ ਪੜ੍ਹਿਆ ਸੀ ਵੀ ਨੈਸ਼ਨਲ ਇਨਕਮ ਕੀ ਹੁੰਦੀ ਆ? ਟੋਟਲ ਪ੍ਰੋਡਕਸ਼ਨ ਆਫ ਆਲ ਸੈਕਟਰਸ। ਠੀਕ ਹੈ, ਸਾਰੇ ਸੈਕਟਰ ਦੇ ਦੁਆਰਾ ਜਿੰਨੀ ਵੀ ਪ੍ਰੋਡਕਸ਼ਨ ਕੀਤੀ ਜਾਂਦੀ ਆ ਉਹਨੂੰ ਕੀ ਕਿਹਾ ਜਾਂਦਾ? ਟੋਟਲ ਨੈਸ਼ਨਲ ਇਨਕਮ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਵੀ ਇਹਦੀ ਡੈਫੀਨੇਸ਼ਨ 'ਚ ਕੀ ਕੀਤਾ ਸੀ ਆਪਾਂ? ਸਪਲਾਈ, ਐਗਰੀਗੇਟ ਸਪਲਾਈ ਦੇ ਵਿੱਚ ਵੀ ਇੱਥੇ ਵੀ ਗੁड्स ਤੇ ਸਰਵਿਸ ਆ, ਪ੍ਰੋਡਿਊਸਰ ਆ ਜਿਹੜੇ ਉਹਨਾਂ ਦੀ ਸਪਲਾਈ ਕਰ ਰਹੇ ਆ, ਉਹ ਪ੍ਰੋਡਿਊਸ ਕਰ ਰਹੇ ਆ। ਉੱਦਾਂ ਹੀ ਕੀ ਆ ਨੈਸ਼ਨਲ ਇਨਕਮ ਦੇ ਵਿੱਚ ਹੀ ਸਾਰੇ ਸੈਕਟਰ ਦੁਆਰਾ ਜੋ ਵੀ ਪ੍ਰੋਡਕਸ਼ਨ ਕੀਤੀ ਜਾਂਦੀ ਆ ਉਹਨਾਂ ਨੂੰ ਲਿਆ ਜਾਂਦਾ। ਆਪਾਂ ਦੇਖਦੇ ਹਾਂ ਵੀ ਇਹ ਦੋਨੋਂ ਕਿਤੇ ਨਾ ਕਿਤੇ ਜਾ ਕੇ ਮਿਲ ਰਹੀਆਂ, ਕਿਉਂਕਿ ਇਹਦੇ ਵਿੱਚ ਵੀ ਪ੍ਰੋਡਕਸ਼ਨ ਦੀ ਗੱਲ ਹੋ ਰਹੀ ਹੈ, ਇਹਦੇ ਵਿੱਚ ਵੀ ਪ੍ਰੋਡਕਸ਼ਨ ਦੀ ਗੱਲ ਹੋ ਰਹੀ ਹੈ। ਠੀਕ ਹੈ, ਇਸ ਲਈ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਐਗਰੀਗੇਟ ਸਪਲਾਈ ਆ ਉਹ ਕਿਹਦੇ ਇਕੁਅਲ ਹੁੰਦੀ ਹੈ? ਨੈਸ਼ਨਲ ਇਨਕਮ ਦੇ ਇਕੁਅਲ ਹੁੰਦੀ ਹੈ। ਠੀਕ ਹੈ, ਸੋ the value of AS is equal to national product or national income। ਠੀਕ ਹੈ, ਹੁਣ ਆਪਾਂ ਕਹਿ ਸਕਦੇ ਹਾਂ ਜਿਹੜੀ ਐਗਰੀਗੇਟ ਸਪਲਾਈ ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਹੈ? ਨੈਸ਼ਨਲ ਇਨਕਮ ਦੇ ਇਕੁਅਲ ਹੁੰਦੀ ਹੈ। ਠੀਕ ਹੈ, ਦੇਅਰਫੋਰ ਇਸ ਲਈ ਨੈਸ਼ਨਲ ਐਗਰੀਗੇਟ ਸਪਲਾਈ ਇਜ਼ ਆਲਸੋ ਨੋਨ ਐਜ਼ ਨੈਸ਼ਨਲ ਇਨਕਮ। ਠੀਕ ਹੈ, ਇਸ ਲਈ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਐਗਰੀਗੇਟ ਸਪਲਾਈ ਆ ਉਹ ਕਿਹਦੇ ਇਕੁਅਲ ਹੈ? ਨੈਸ਼ਨਲ ਇਨਕਮ ਦੇ ਇਕੁਅਲ ਹੈਗੀ ਹੈ। ਠੀਕ ਹੈ, ਇਸ ਲਈ ਆਪਾਂ ਲਿਖ ਸਕਦੇ ਹਾਂ ਨੈਸ਼ਨਲ ਇਨਕਮ ਨੂੰ ਕੀ ਲਿਖਦੇ ਹਾਂ ਆਪਾਂ? ਹਮੇਸ਼ਾ ਵਾਈ ਨਾਲ ਡਿਨੋਟ ਕਰਦੇ ਹਾਂ। ਆਪਾਂ ਨੈਸ਼ਨਲ ਇਨਕਮ ਨੂੰ ਆਈ ਨਾਲ ਡਿਨੋਟ ਕਿਉਂ ਨਹੀਂ ਕਰਦੇ? ਵਾਈ ਨਾਲ ਹੀ ਕਿਉਂ ਕਰਦੇ ਹਾਂ? ਕਿਉਂਕਿ ਜਿਹੜੀ ਆਈ ਆ ਉਹ ਕਿਹਦੇ ਕੋਲ ਚਲੀ ਗਈ? ਇਨਵੈਸਟਮੈਂਟ। ਠੀਕ ਹੈ, ਜਦੋਂ ਵੀ ਆਪਾਂ ਇਕਨੋਮਿਕਸ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਉਹਨੂੰ ਆਈ ਨਾਲ ਡਿਨੋਟ ਕਰਦੇ ਆ ਤੇ ਇਨਕਮ ਨੂੰ ਹਮੇਸ਼ਾ ਵਾਈ ਨਾਲ ਡਿਨੋਟ ਕੀਤਾ ਜਾਂਦਾ। ਠੀਕ ਹੈ, ਇਹ ਕੀ ਕਹਿੰਦੇ ਆ? ਹੁਣ ਜਿਹੜਾ ਐਗਰੀਗੇਟ ਸਪਲਾਈ ਉਹ ਕਿਹਦੀ ਇਕੁਅਲ ਆ? ਨੈਸ਼ਨਲ ਇਨਕਮ ਦੇ ਇਕੁਅਲ ਹੈਗਾ। ਠੀਕ ਹੈ, ਤਾਂ ਕਰਕੇ ਆਪਾਂ AS ਐਗਰੀਗੇਟ ਸਪਲਾਈ ਨੂੰ ਕੀ ਲਿਖ ਸਕਦੇ ਆ? ਨੈਸ਼ਨਲ ਇਨਕਮ ਮਤਲਬ ਵਾਈ ਦੇ ਇਕੁਅਲ। ਠੀਕ ਹੈ, ਇਸ ਤੋਂ ਬਾਅਦ ਹੁਣ ਆਪਾਂ ਨੂੰ ਪਤਾ ਵੀ ਜਿਹੜੀ ਆਪਣੇ ਕੋਲ ਇਨਕਮ ਆ ਜਾਂਦੀ ਹੈ ਆਪਾਂ ਉਹਨੂੰ ਦੋ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ, ਜਾਂ ਫਿਰ ਇਨਕਮ ਦੀ ਆਪਾਂ ਕੰਜ਼ੰਪਸ਼ਨ ਕਰ ਲੈਂਦੇ ਹਾਂ ਤੇ ਜਾਂ ਫਿਰ ਇਨਕਮ ਦੀ ਆਪਾਂ ਸੇਵਿੰਗ ਕਰ ਲੈਂਦੇ ਹਾਂ। ਠੀਕ ਹੈ, ਫਿਰ ਆਪਾਂ ਇਹ ਤੋਂ ਕੀ ਪਤਾ ਲੱਗ ਸਕਦਾ ਆਪਾਂ ਨੂੰ ਵੀ ਜਿਹੜੀ ਨੈਸ਼ਨਲ ਇਨਕਮ ਆ ਉਹਦੇ ਵਿੱਚ ਟੂ ਕੰਪੋਨੈਂਟਸ ਹੁੰਦੇ ਆ, ਕਿਹੜੇ ਕਿਹੜੇ? C+S ਮਤਲਬ ਕੰਜ਼ੰਪਸ਼ਨ ਪਲੱਸ ਸੇਵਿੰਗ। ਠੀਕ ਹੈ, ਇਸ ਲਈ ਆਪਾਂ ਕਹਿ ਸਕਦੇ ਹਾਂ ਜਿਹੜੀ ਐਗਰੀਗੇਟ ਸਪਲਾਈ ਉਹ ਕਿਹਦੀ ਇਕੁਅਲ ਆ? ਨੈਸ਼ਨਲ ਇਨਕਮ ਦੇ। ਅੱਗੇ ਨੈਸ਼ਨਲ ਇਨਕਮ ਕਿਹਦੇ ਇਕੁਅਲ ਹੈ? C+S ਦੇ। ਠੀਕ ਹੈ, ਸੋ ਅੱਗੇ ਦੇਖੋ ਐਗਰੀਗੇਟ ਸਪਲਾਈ ਇਜ਼ ਇਕੁਅਲ ਟੂ C+Y ਇਜ਼ ਇਕੁਅਲ ਟੂ Y। ਠੀਕ ਹੈ,
ਹੁਣ ਆਪਾਂ ਇਹਦਾ ਸਿਰਫ ਆਹ ਵਾਲਾ ਪਾਰਟ ਲੈ ਕੇ ਦੇਖਦੇ ਹਾਂ ਇਹਦੇ ਤੋਂ ਹੋਰ ਕਿਹੜੇ ਫਾਰਮੂਲਾਜ਼ ਬਣ ਸਕਦੇ ਆ। ਦੇਖੋ ਜੇ ਕਹਿੰਦੇ ਆ ਜਿਹੜੇ y ਆ ਉਹ ਕਿਹਦੇ ਇਕੁਅਲ ਆ c ਪਲੱਸ s ਦੇ, ਮਤਲਬ ਇਨਕਮ ਆ ਕੰਜ਼ੰਪਸ਼ਨ ਪਲੱਸ ਸੇਵਿੰਗ ਦੇ ਇਕੁਅਲ ਆ, ਤਾਂ ਫਿਰ ਆਪਾਂ ਇਹਦੇ ਤੋਂ ਕੰਜ਼ੰਪਸ਼ਨ ਨੂੰ ਵੀ ਪਤਾ ਕਰ ਸਕਦੇ ਆ। ਕੰਜ਼ੰਪਸ਼ਨ ਕਿਵੇਂ, y ਮਾਈਨਸ ਜਦੋਂ s ਇੱਧਰ ਚਲੀ ਜਾਓ, ਇੱਧਰ ਪਲੱਸ ਦੀ ਇੱਧਰ ਮਾਈਨਸ ਦੀ ਹੋਗੀ, ਠੀਕ ਹੈ। ਇਹਦੇ ਤੋਂ ਆਪਾਂ ਸੇਵਿੰਗ ਨੂੰ ਵੀ ਪਤਾ ਕਰ ਸਕਦੇ ਹਾਂ, ਜਦੋਂ y ਇੱਧਰ ਪਈ ਆ c ਇੱਧਰ ਚਲੀ ਜਾਊਗੀ ਤਾਂ ਉਹ ਮਾਈਨਸ ਦੀ ਹੋ ਜਾਊ, ਠੀਕ ਹੈ। ਹੁਣ ਅੱਗੇ ਆਪਾਂ ਦੇਖਦੇ ਹਾਂ ਐਗਰੀਗੇਟ ਸਪਲਾਈ ਸਕੈਜੂਲ, ਠੀਕ ਹੈ। ਇਹਦਾ ਸ਼ਡਿਊਲ ਦੇਖਦੇ ਹਾਂ ਕੀ ਬਣੂਗਾ। ਜਿੱਦਾਂ ਹੁਣ ਆਪਾਂ ਐਗਰੀਗੇਟ ਡਿਮਾਂਡ ਦਾ ਸ਼ਡਿਊਲ ਕੀਤਾ ਸੀ, ਉਹਦਾ ਸਕੈਜੂਲ ਕੀਤਾ ਸੀ, ਉਦਾਂ ਹੀ ਕੀ ਆ ਆਪਾਂ ਐਗਰੀਗੇਟ ਸਪਲਾਈ ਦਾ ਸਕੈਜੂਲ ਕਰਾਂਗੇ। ਦੇਖੋ ਇਹਦੇ ਵਿੱਚ ਪਹਿਲਾਂ ਆਪਾਂ ਨੈਸ਼ਨਲ ਇਨਕਮ y ਲਵਾਂਗੇ, ਉਦਾਂ ਹੀ 0 100 200 3 4 5 6, ਠੀਕ ਹੈ। ਜਿੱਦਾਂ ਹੀ ਆਪਾਂ ਐਗਰੀਗੇਟ ਡਿਮਾਂਡ ਦੇ ਵਿੱਚ ਹੀ ਲਿਆ ਸੀ ਉਦਾਂ ਹੀ ਸੀ। ਉਹਦੇ ਵਿੱਚ ਕੀ ਸੀ, ਉਦੋਂ ਬਾਅਦ ਆਪਾਂ ਕੀ ਕਰਦੇ ਹਾਂ, ਜਿਹੜੀ ਇਨਕਮ ਆ ਉਹਨੂੰ ਆਪਾਂ ਕੰਜ਼ੰਪਸ਼ਨ ਦੇ ਉੱਪਰ ਕੀ ਕਰ ਦਿੰਦੇ ਆ, ਕੰਜ਼ਿਊਮ ਕਰ ਦਿੰਦੇ ਆ। ਉਹਦੇ ਵਿੱਚੋਂ ਜਿਹੜਾ ਆਹ 100 150 200 250 300 350 400, ਠੀਕ ਹੈ। ਇਹਦੀ ਕੀ ਆਪਾਂ ਕੀ ਕਰ ਲਈ, ਕੰਜ਼ੰਪਸ਼ਨ ਕਰ ਲਈ। ਤੇ ਇਦੋਂ ਬਿਨਾ ਜਦੋਂ ਆਪਾਂ ਕੀ ਆਪਣੇ ਕੋਲ y ਵੀ ਹੈਗੀ ਆ c ਵੀ ਹੈਗੀ, ਮਤਲਬ ਇਨਕਮ ਵੀ ਹੈਗੀ ਆ ਕੰਜ਼ੰਪਸ਼ਨ ਵੀ ਹੈਗੀ ਆ, ਆਪਾਂ ਉਹਦੇ ਤੋਂ ਸੇਵਿੰਗ ਕਿਵੇਂ ਪਤਾ ਲਗਾ ਸਕਦੇ ਹਾਂ, y ਮਾਈਨਸ c। ਇਸ ਲਈ ਆਪਾਂ y ਚ ਜਦੋਂ c ਮਾਈਨਸ ਕਰਾਂਗੇ ਇਦਾਂ ਆਹ ਵਾਲੀ ਆਪਣੀ ਇਕੁਏਸ਼ਨਸ ਆ ਜਾਣੀ ਹੈ, ਠੀਕ ਹੈ। ਜਿੱਦਾਂ 0 ਚ 100 ਮਾਈਨਸ ਕੀਤਾ ਮਾਈਨਸ 100, ਠੀਕ ਹੈ। 100 ਚੋਂ 150 ਮਾਈਨਸ ਕੀਤਾ ਕਿਉਂਕਿ 100 ਛੋਟਾ 150 ਵੱਡਾ, ਤਾਂ ਕਰਕੇ ਇਹਦੇ ਵਿੱਚ ਅੱਗੇ ਮਾਈਨਸ ਲੱਗ ਜਾਊ, ਠੀਕ ਹੈ। 200 ਚੋਂ 200 ਮਾਈਨਸ ਕੀਤਾ 0, ਠੀਕ ਹੈ। 300 ਚੋਂ 250 50, ਠੀਕ ਹੈ। ਇਦਾਂ ਕੀ ਆ ਆਪਣੇ ਕੋਲ ਹੁਣ y ਵੀ ਆ ਗਈ, c ਵੀ ਆ ਗਈ ਤੇ s ਵੀ ਆ ਗਈ। ਤੇ ਆਪਾਂ ਕੀ ਦੇਖਿਆ ਸੀ ਵੀ ਜਦੋਂ ਆਪਣੇ ਕੋਲ y ਵੀ ਹੈਗੀ ਹੈ, c ਵੀ ਹੈਗੀ ਹੈ ਤੇ s ਵੀ ਹੈਗੀ ਹੈ, ਤੇ ਆਪਾਂ ਉਹਦੇ ਤੋਂ ਕੀ ਪਤਾ ਲਗਾ ਸਕਦੇ ਹਾਂ, ਐਗਰੀਗੇਟ ਸਪਲਾਈ ਦਾ। ਮਤਲਬ ਐਗਰੀਗੇਟ ਸਪਲਾਈ ਕਿਹਦੇ ਇਕੁਅਲ ਹੁੰਦੀ ਆ, ਉਹ ਹੁੰਦੀ ਆ c ਪਲੱਸ s ਦੇ। ਹੁਣ ਆਪਣੇ ਕੋਲ c ਵੀ ਆ ਤੇ s ਵੀ ਆ, ਆਪਾਂ ਜਦੋਂ ਇਹਨੂੰ ਪਲੱਸ ਕਰਾਂਗੇ ਤਾਂ ਆਪਣੇ ਕੋਲ ਇਦਾਂ ਆ ਜਾਣਗੀ, ਐਗਰੀਗੇਟ ਸਪਲਾਈ ਇਜ਼ ਇਕੁਅਲ ਟੂ c ਪਲੱਸ s 0 100 200, ਠੀਕ ਹੈ। ਇਹਨਾਂ ਦੋਨਾਂ ਨੂੰ ਪਲੱਸ ਕਰ ਦੇਣਾ ਸਾਰੀਆਂ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਊਗੀ, ਐਗਰੀਗੇਟ ਸਪਲਾਈ ਆ ਜਾਊ, ਜੋ ਇਹਦਾ ਸਕੈਜੂਲ ਬਣ ਜਾਊ। ਹੁਣ ਆਪਾਂ ਨੂੰ ਇਹਦੇ ਤੋਂ ਕੀ ਪਤਾ ਲੱਗਦਾ ਵੀ ਜਿਹੜੇ y ਦੀਆਂ ਸਾਰੀਆਂ ਇਕੁਏਸ਼ਨਸ ਆ, ਠੀਕ ਹੈ, ਉਹ ਕਿਹਦੇ ਇਕੁਅਲ ਆ, ਐਗਰੀਗੇਟ ਸਪਲਾਈ ਦੇ ਇਕੁਅਲ। ਕਿਉਂਕਿ ਜਦੋਂ ਜਿਹੜੀ ਨੈਸ਼ਨਲ ਇਨਕਮ ਆ 0 ਉਦੋਂ ਐਗਰੀਗੇਟ ਸਪਲਾਈ ਵੀ 0, ਜਦੋਂ ਇਹ 100 ਹੋ ਜੂ ਤਾਂ ਆ ਵੀ 100, ਠੀਕ ਹੈ। ਇਸ ਤਰ੍ਹਾਂ ਜੇ 200 ਆ ਤੇ ਇਹ ਵੀ 200, ਠੀਕ ਹੈ। ਇਸ ਤਰ੍ਹਾਂ ਇਕੁਅਲ ਪ੍ਰਪੋਰਸ਼ਨ ਦੇ ਵਿੱਚ ਚੱਲ ਰਹੀਆਂ, ਠੀਕ ਹੈ। ਇਸ ਦਾ ਮਤਲਬ ਜਿਹੜੀ ਸਪਲਾਈ ਆ ਆਪਣੇ ਕੋਲ ਐਗਰੀਗੇਟ ਸਪਲਾਈ ਆ ਉਹ ਕਿਹਦੀ ਇਕੁਅਲ ਆ, y ਦੇ ਇਕੁਅਲ, ਠੀਕ ਹੈ। ਦੇਖੋ ਹੁਣ ਐਗਰੀਗੇਟ ਸਪਲਾਈ ਤੇ ਸ਼ਡਿਊਲ ਨੂੰ ਜਿਹੜਾ ਇਦਾਂ ਵੀ ਬਣਾ ਸਕਦੇ ਆ, ਠੀਕ ਹੈ। ਸਿੰਪਲੀ ਲਿਆ ਹੋਇਆ ਇਹਨਾਂ ਨੇ, ਇੱਕ ਪਾਸੇ ਇਨਕਮ ਲੈ ਲਈ ਤੇ ਉਹਦੇ ਇਕੁਅਲ ਹੀ ਕੀ ਲੈ ਲਈ, ਇਹਨਾਂ ਨੇ ਇੱਧਰ ਇਨਕਮ ਲਈ ਹੋਈ ਹੈ, ਇੱਧਰ ਲੈ ਗਈ ਇੱਕ ਐਗਰੀਗੇਟ ਸਪਲਾਈ, ਠੀਕ ਹੈ, ਜੋ ਕਿ ਇਕੁਅਲ ਪ੍ਰਪੋਰਸ਼ਨ ਦੇ ਵਿੱਚ ਚੱਲ ਰਹੀ ਹੈ। ਇਹ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਇਕੁਅਲ ਕਿੱਦਾਂ ਆਉਂਦੀਆਂ, ਠੀਕ ਹੈ। ਪਹਿਲਾਂ ਇਹਦਾ ਕੀ ਕਰ ਲੈਣਾ, y ਤੋਂ ਬਾਅਦ ਆਪਾਂ ਨੂੰ ਪਤਾ ਵੀ ਕੰਜ਼ੰਪਸ਼ਨ ਕਿੰਨੀ ਹੁੰਦੀ ਸੀ, ਆਪਾਂ ਜਿਵੇਂ ਐਗਰੀਗੇਟ ਡਿਮਾਂਡ ਦੇ ਵਿੱਚ ਕੀਤਾ ਸੀ ਉਹੀ ਇਕੁਏਸ਼ਨਸ ਲੈ ਲਈਆਂ, ਠੀਕ ਹੈ। ਉਹਦੇ ਵਿੱਚ ਕੀ ਸੀਗਾ, ਜਦੋਂ 100 ਹੋਊਗੀ, ਜਦੋਂ 0 ਇਨਕਮ ਹੋਊਗੀ ਤਾਂ ਕੋਈ ਨਾ ਕੋਈ ਕੰਜ਼ੰਪਸ਼ਨ ਆਪਾਂ ਜ਼ਰੂਰ ਕਰਾਂਗੇ, ਠੀਕ ਹੈ। ਇਦਾਂ ਹੀ ਸਾਰਾ ਬਣਾ ਕੇ c ਤੋਂ ਬਾਅਦ ਆਪਾਂ s ਕੱਢ ਲੈਣੀ, s ਤੋਂ ਬਾਅਦ ਆਪਣੇ ਕੋਲ c ਪਲੱਸ s ਕਰਕੇ ਕੀ ਆ ਜੂ, ਸਾਰਾ as ਆ ਜੂ, ਮਤਲਬ ਐਗਰੀਗੇਟ ਸਪਲਾਈ ਆ ਜੂ। ਨਹੀਂ ਤਾਂ ਤੁਸੀਂ ਇਦਾਂ ਵੀ ਸ਼ੋ ਕਰ ਸਕਦੇ ਆ ਸ਼ਾਰਟ ਫਾਰਮ ਦੇ ਵਿੱਚ। ਇਦੋਂ ਅੱਗੇ ਆਪਾਂ ਇਹਦੀ ਡਾਇਗਰਾਮ ਕਰਾਂਗੇ। ਹੁਣ ਦੇਖੋ ਇਹਦੇ ਵਿੱਚ y ਐਕਸਿਸ ਤੇ ਐਗਰੀਗੇਟ ਸਪਲਾਈ ਨੂੰ ਲੈਣਾ ਤੇ x ਐਕਸਿਸ ਤੇ ਕੀ ਲੈਣਾ, ਨੈਸ਼ਨਲ ਇਨਕਮ ਨੂੰ ਲੈਣਾ। ਹੁਣ ਆਪਾਂ ਨੂੰ ਪਤਾ ਵੀ ਜਿੱਦਾਂ ਹੀ ਨੈਸ਼ਨਲ ਇਨਕਮ ਵੱਧਦੀ ਪਈ ਆ ਉਦਾਂ ਹੀ ਕੀ ਆ, ਜਿਹੜੀ ਐਗਰੀਗੇਟ ਸਪਲਾਈ ਉਹ ਵੱਧਦੀ ਪਈ ਆ। ਦੇਖੋ ਜੇ ਐਗਰੀਗੇਟ ਇਨਕਮ ਆ ਜਿਹੜੀ ਉਹ 100 ਆ ਤਾਂ ਜਿਹੜੀ ਆਪਣੀ ਨੈਸ਼ਨਲ ਇਨਕਮ 100 ਆ ਤਾਂ ਜਿਹੜੀ ਐਗਰੀਗੇਟ ਸਪਲਾਈ ਆ ਉਹ ਵੀ ਕਿੰਨੀ ਹੋਊਗੀ, 100। ਜੋ ਵੱਧ ਕੇ 200 ਹੋ ਗਈ ਤਾਂ ਆਪਣੀ ਐਸ ਵੀ ਵੱਧ ਜੂਗੀ, ਠੀਕ ਹੈ। ਹੁਣ ਇਦਾਂ ਜੀ ਆ 300 ਹੋ ਗਈ ਇਨਕਮ ਤਾਂ ਕੀ ਆ, ਐਗਰੀਗੇਟ ਸਪਲਾਈ ਵੀ 300 ਹੋ ਜੂ। ਇਹ ਸੇਮ ਪ੍ਰਮੋਸ਼ਨ ਵਿੱਚ ਵੱਧ ਰਹੀਆਂ, ਤਾਂ ਕਰਕੇ ਇਹਦੀ ਡਾਇਗਰਾਮ ਆ ਜਿਹੜੀ ਇਹਨਾਂ ਪੁਆਇੰਟਸ ਨੂੰ ਬੁਲਾ ਕੇ ਇਹਦੇ ਵਿੱਚ ਦੀ ਲੰਘ ਜੂਗੀ, ਠੀਕ ਹੈ, ਜਿਹਨੂੰ ਕਿ AS ਦਾ ਨਾਮ ਦਿੱਤਾ ਜਾਂਦਾ। ਹੁਣ ਆਪਾਂ ਨੂੰ ਇਹ ਡਾਇਗਰਾਮ ਤੋਂ ਕੀ ਪਤਾ ਲੱਗਦਾ, ਕਹਿੰਦੇ ਐਜ਼ ਕਰਵ ਇਜ਼ 45 degree line which
starts from the origin। origin तो क्यों start होंगी है? जीरो, origin मतलब जीरो तो start होना, ठीक है। ਇਹ ਜ਼ੀਰੋ ਤੋਂ ਸਟਾਰਟ ਕਿਉਂ ਹੋ ਰਹੀ ਆ? ਕਿਉਂਕਿ ਜਦੋਂ ਆਪਣੇ ਕੋਲ ਇਨਕਮ ਜ਼ੀਰੋ ਸੀ ਤਾਂ ਆਪਣੀ ਐਗਰੀਗੇਟ ਸਪਲਾਈ ਵੀ ਜ਼ੀਰੋ ਸੀ। ਜਿਵੇਂ ਜਿਵੇਂ ਇਹ ਵਧਦੀ ਜਾਂਦੀ ਆ ਉਹੀ ਪ੍ਰਪੋਰਸ਼ਨ 'ਚ ਵਧਦੀ ਆ, ਤਾਂ ਕਰਕੇ ਇਹ ਆ ਕੀ ਆ, ਕਾਹਦਾ ਐਂਗਲ ਬਣਾਉਂਦੀ ਆ? 45 ਦਾ। ਹੁਣ ਦੇਖੋ ਆਪਣੇ ਕੋਲ ਜਿਹੜਾ ਆ ਸਾਰਾ ਐਂਗਲ ਆ ਆਪਾਂ ਨੂੰ ਪਤਾ ਵਾ ਇਹ ਸਾਰਾ ਟੋਟਲ ਕਿੰਨੇ ਦਾ? 90 ਡਿਗਰੀ ਦਾ। ਜਦੋਂ ਆਪਾਂ ਇਹਦਾ ਹਾਫ ਕਰਾਂਗੇ ਤਾਂ ਕੀ ਹੋ ਜਾਊਗਾ? 45। ਮਤਲਬ ਇਹ ਬਿਲਕੁਲ ਸੈਂਟਰ ਦੇ ਵਿੱਚ ਬਣ ਰਿਹਾ, ਓਰੀਜਨ ਤੋਂ ਹੋ ਗਈ, ਠੀਕ ਹੈ। ਇਹ ਕੀ ਹੈ? ਐਗਰੀਗੇਟ ਸਪਲਾਈ ਕਰਵ ਆ। ਦੇਖੋ ਅਗਲਾ ਪੁਆਇੰਟ ਕੀ ਪਤਾ ਲੱਗਦਾ? ਐਜ਼ ਕਰਵ ਸਲੋਪ ਅਪਵਰਡ ਫਰੋਮ ਲੈਫਟ ਟੂ ਰਾਈਟ। ਮਤਲਬ ਇਹ ਸਲੋਪ ਆ ਜਿਹੜੀ ਉਹਦੀ ਸ਼ੇਪ ਕਿਵੇਂ ਆ? ਇਹਦੀ ਸਲੋਪ ਆ ਜਿਹੜੀ ਉਹ ਲੈਫਟ ਤੋਂ ਰਾਈਟ ਅਪਵਰਡ ਜਾ ਰਹੀ ਹੈ, ਮਤਲਬ ਨੀਚੇ ਤੋਂ ਉੱਪਰ ਅਪਵਰਡ ਜਾ ਰਹੀ ਹੈ, ਠੀਕ ਹੈ। ਅੱਗੇ ਦੇਖੋ, ਇਟ ਸ਼ੋਜ਼ ਦੈਟ flow of goods and service is proportionate to the increase or decrease in the income। ਕਹਿੰਦੇ ਇਹ ਸੇਮ ਪ੍ਰਪੋਰਸ਼ਨ ਨੂੰ ਸ਼ੋ ਕਰ ਰਹੀ ਹੈ। ਕਹਿੰਦੇ ਜਿਵੇਂ ਜਿਵੇਂ ਆਪਣੀ ਇਨਕਮ ਡਿਕਰੀਜ਼ ਹੋ ਰਹੀ ਆ, ਵੱਧ ਰਹੀ ਆ ਜਾਂ ਫਿਰ ਇਨਕਰੀਜ਼ ਹੋ ਰਹੀ ਆ, ਠੀਕ ਹੈ। ਦੇਖੋ ਜੇ ਆਪਣੀ ਇਨਕਮ ਇਨਕਰੀਜ਼ ਹੋ ਰਹੀ ਆ 100 ਤੋਂ 200, 200 ਤੋਂ 300, 300 ਤੋਂ 400, ਠੀਕ ਹੈ। ਉੱਦਾਂ ਹੀ ਉਹੀ ਪ੍ਰਪੋਰਸ਼ਨ ਵਿੱਚ ਆਪਣੀ ਐਗਰੀਗੇਟ ਸਪਲਾਈ ਵੀ ਆ ਜਿਹੜੀ ਉਹ ਕੀ ਹੋ ਰਹੀ ਆ? ਵੱਧ ਰਹੀ ਆ। ਜਿਵੇਂ 100 ਤੋਂ 0 ਤੋਂ 100, 100 ਤੋਂ 200, 200 ਤੋਂ 300, 300 ਤੋਂ 400, ਇੱਦਾਂ ਹੀ ਅੱਗੇ 500, 600, ਠੀਕ ਹੈ। ਹੁਣ ਦੇਖੋ ਮੰਨ ਲਓ ਇਹ ਤਾਂ ਹੋ ਗਿਆ ਇਨਕਰੀਜ਼। ਜੇ ਆਪਣੀ ਇਨਕਮ ਡਿਕਰੀਜ਼ ਹੋ ਰਹੀ ਆ, ਮਤਲਬ 400 ਤੋਂ 300 ਆ ਗਈ, 300 ਤੋਂ 200, 200 ਤੋਂ 100, ਠੀਕ ਹੈ, 100 ਤੋਂ 0, ਉੱਦਾਂ ਹੀ ਫਿਰ ਆਪਣੀ ਐਗਰੀਗੇਟ ਸਪਲਾਈ ਵੀ ਡਿਕਰੀਜ਼ ਹੋਊਗੀ ਉਹੀ ਸੇਮ ਪ੍ਰਪੋਰਸ਼ਨ ਦੇ ਵਿੱਚ। ਮਤਲਬ ਇਹ ਵੀ 400 ਤੋਂ 300, 300 ਤੋਂ 200, 200 ਤੋਂ 100, ਠੀਕ ਹੈ। ਇਹੀ ਕੀ ਆਪਣੀ ਕਰਵ ਇਹੀ ਗੱਲਾਂ ਨੂੰ ਸ਼ੋ ਕਰ ਰਹੀ ਆ। ਅੱਗੇ ਦੇਖੋ ਆਪਾਂ ਐਗਰੀਗੇਟ ਸਪਲਾਈ ਦੇ ਵਿੱਚ ਹੋਰ ਕੀ ਪੜ੍ਹ ਸਕਦੇ ਹਾਂ। ਦੇਖੋ ਇਨ ਐਨ ਇਕੋਨਮੀ ਇੰਟਰਪ੍ਰੈਨਿਓਰਸ ਤੁਹਾਨੂੰ ਪਤਾ ਹੀ ਆ ਬਿਜ਼ਨਸਮੈਨਸ ਜੋ ਪ੍ਰੋਡਕਸ਼ਨ ਕਰਦੇ ਆ, ਠੀਕ ਹੈ। ਵਿਲ ਅੰਡਰਟੇਕ ਦਾ ਪ੍ਰੋਡਕਸ਼ਨ ਆਫ ਆ ਕਮੋਡਿਟੀ ਓਨਲੀ ਵੈਨ ਦੇਅਰ ਪ੍ਰੋਡਕਸ਼ਨ ਕਾਸਟ ਇਜ਼ ਕਵਰਡ ਫਰੋਮ ਦਾ ਸੇਲ ਆਫ ਆਊਟਪੁੱਟ। ਸੇਲ ਆਫ ਮਤਲਬ ਜੋ ਵੀ ਆਊਟਪੁੱਟ ਨੂੰ ਵੇਚ ਕੇ, ਠੀਕ ਹੈ, ਜੋ ਵੀ ਆਪਾਂ ਨੂੰ ਪੈਸਾ ਇਕੱਠਾ ਹੁੰਦਾ। ਹੁਣ ਦੇਖੋ ਜਿਹੜੇ ਬਿਜ਼ਨਸਮੈਨ ਆ ਕਹਿੰਦੇ ਤਾਂ ਹੀ ਪ੍ਰੋਡਕਸ਼ਨ ਕਰਨਗੇ ਜੇਕਰ ਉਹਨਾਂ ਦੀ ਜਿਹੜੀ ਕਾਸਟ ਆ ਉਹ ਕਵਰ ਹੋ ਰਹੀ ਆ। ਮਤਲਬ ਕਾਸਟ ਕਿਹੜੀ ਕਾਸਟ ਹੁੰਦੀ ਹੈ? ਕਿਸੇ ਵੀ ਚੀਜ਼ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਜਿਹੜਾ ਵੀ ਖਰਚਾ ਹੁੰਦਾ, ਠੀਕ ਹੈ, ਉਹਨੂੰ ਕਾਸਟ ਕਿਹਾ ਜਾਂਦਾ। ਹੁਣ ਪ੍ਰੋਡਿਊਸਰ ਉਦੋਂ ਤੱਕ ਕੀ ਆ ਪ੍ਰੋਡਕਸ਼ਨ ਕਰਨਗੇ ਜਦੋਂ ਤੱਕ ਇਹਨਾਂ ਦੀ ਇਹ ਕਾਸਟ ਆ ਜਿਹੜੀ ਕਵਰ ਹੁੰਦੀ ਹੈ, ਠੀਕ ਹੈ। ਮੰਨ ਲਓ ਆਪਾਂ ਕੋਈ ਚੀਜ਼ ਬਣਾ ਰਹੇ ਹਾਂ, ਉਹਦੇ ਤੇ ਕਾਸਟ ਆਉਂਦੀ ਆ, ਆਪਾਂ ਉਹਨੂੰ ਵੇਚ ਦਿੱਤਾ, ਠੀਕ ਹੈ। ਆਪਾਂ ਤਾਂ ਹੀ ਵੇਚਾਂਗੇ ਉਹਨੂੰ ਜੇਕਰ ਆਪਣਾ ਉਹ ਖਰਚ ਜਿਹੜਾ ਉਹ ਸਾਰਾ ਕੰਪਲੀਟ ਹੋ ਜਾਵੇ ਤੇ ਕੁਝ ਕੁ ਬੱਚਤ ਹੋ ਜਾਵੇ, ਠੀਕ ਹੈ, ਠੀਕ ਹੈ। ਇਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਜਿਹੜਾ ਬਿਜ਼ਨਸਮੈਨ ਹੈ ਉਹ ਕੀ ਕਰਦਾ ਵਾ? ਉਹ ਤਾਂ ਹੀ ਪ੍ਰੋਡਕਸ਼ਨ ਕਰਦਾ ਜੇਕਰ ਉਹਨਾਂ ਦੀ ਕਾਸਟ ਆ ਜਿਹੜੀ ਉਹ ਕਵਰ ਹੋ ਰਹੀ ਆ, ਉਹਨੂੰ ਸੇਲ ਕਰਕੇ, ਪ੍ਰੋਡਕਸ਼ਨ ਨੂੰ ਵੇਚ ਕੇ। ਕੀ ਕਹਿੰਦੇ ਆ? ਐਗਰੀਗੇਟ ਸਪਲਾਈ ਇਜ਼ ਦਾ ਅਮਾਊਂਟ ਆਫ ਮਨੀ ਵਿਚ ਇੰਟਰਪ੍ਰੈਨਿਓਰਸ must get as production cost from the sale of production cost from the sale of output to make payment to the factors ਕਿਹੜੇ ਕਿਹੜੇ ਆ? ਵੇਜ, ਰੈਂਟ, ਇੰਟਰਸਟ ਐਂਡ ਪ੍ਰੋਫਿਟ, ਠੀਕ ਹੈ। ਕੀ ਕਹਿੰਦੇ ਆ? ਦੇਖੋ ਕਹਿੰਦੇ ਜਿਹੜੀ ਐਗਰੀਗੇਟ ਸਪਲਾਈ ਆ ਅਮਾਊਂਟ ਆਫ ਮਨੀ, ਕਹਿੰਦੇ ਇਹ ਮਨੀ ਦੀ ਉਹ ਮਾਤਰਾ ਜਿਹੜੀ ਪ੍ਰੋਡਿਊਸਰ ਉਦੋਂ ਪ੍ਰਾਪਤ ਕਰਦਾ ਜਦੋਂ ਉਹ ਆਪਣੀ ਆਊਟਪੁੱਟ ਨੂੰ ਵੇਚਦਾ, ਠੀਕ ਹੈ। ਉਹਨਾਂ ਨੇ ਗਾਂ ਪੇਮੈਂਟਸ ਕਰਨੀਆਂ ਹੁੰਦੀਆਂ ਪ੍ਰੋਡਿਊਸਰ ਨੇ। ਕਿਹੜੀਆਂ ਕਿਹੜੀਆਂ ਪੇਮੈਂਟਸ ਕਰਨੀਆਂ ਹੁੰਦੀਆਂ? ਉਹਨੇ ਲੇਬਰਸ ਨੂੰ ਵੇਜਸ ਦੇਣੀਆਂ ਹੁੰਦੀਆਂ, ਠੀਕ ਹੈ। ਲੈਂਡ ਹੈ ਜਿਹੜੀ ਉਹਨੂੰ ਕੀ ਦੇਣਾ ਹੁੰਦਾ? ਰੈਂਟ ਦੇਣਾ ਹੁੰਦਾ, ਠੀਕ ਹੈ। ਇਹਨਾਂ ਪੇਮੈਂਟਸ ਨੂੰ ਕਵਰ ਕਰਨ ਦੇ ਲਈ, ਇਹਨਾਂ ਨੂੰ ਦੇਣ ਦੇ ਲਈ ਕੀ ਆ ਜਿਹੜੀ ਪ੍ਰੋਡਕਸ਼ਨ ਆ, ਜਿਹੜਾ ਪ੍ਰੋਡਿਊਸਰ ਆ ਉਹ ਪ੍ਰੋਡਕਸ਼ਨ ਕਰਦਾ ਵਾ ਤੇ ਉਹਨਾਂ ਨੂੰ ਬਾਅਦ ਵਿੱਚ ਸੇਲ ਕਰਦਾ, ਠੀਕ ਹੈ। ਇਹਨਾਂ ਨੂੰ ਸੇਲ ਕਰਕੇ ਜੋ ਵੀ ਅਮਾਊਂਟ ਪ੍ਰਾਪਤ ਹੁੰਦੀ ਆ ਉਹਦੇ ਨਾਲ ਕੀ ਆ ਜਿਹੜੀ ਇਹ ਫੈਕਟਰ ਪੇਮੈਂਟਸ ਨੂੰ ਕੰਪਲੀਟ ਕਰਦਾ, ਠੀਕ ਹੈ। ਤਾਂ ਕਰਕੇ ਦਸ ਇਟ ਇਜ਼ ਕਲੀਅਰ ਦਾ ਐਗਰੀਗੇਟ ਸਪਲਾਈ ਪ੍ਰਾਈਜ਼, ਠੀਕ ਹੈ। ਜਿਹੜਾ ਐਗਰੀਗੇਟ ਸਪਲਾਈ ਪ੍ਰਾਈਜ਼ ਆ ਇਹ ਪੂਰਾ ਵਾ ਐਗਰੀਗੇਟ ਸਪਲਾਈ ਪ੍ਰਾਈਜ਼
ਨੈਸ਼ਨਲ ਆਊਟਪੁੱਟ, ਨੈਸ਼ਨਲ ਇਨਕਮ ਐਂਡ ਨੈਸ਼ਨਲ ਇੰਪਲੋਇਮੈਂਟ ਆਰ ਇਕੁਅਲ, ਮਤਲਬ ਸਾਰਿਆਂ ਨੂੰ ਇੱਕੋ ਨਾਮ ਦੇ ਨਾਲ ਜਾਣਿਆ ਜਾਂਦਾ। ਠੀਕ ਹੈ, ਕਿਹੜੇ ਕਿਹੜੇ ਇਕੁਅਲ ਆ ਇਹ? ਐਗਰੀਗੇਟ ਸਪਲਾਈ ਪ੍ਰਾਈਸ, ਨੈਸ਼ਨਲ ਆਊਟਪੁੱਟ, ਨੈਸ਼ਨਲ ਇਨਕਮ ਐਂਡ ਨੈਸ਼ਨਲ ਇੰਪਲੋਇਮੈਂਟ, ਇਹ ਸਾਰੇ ਆ ਇਕੁਅਲ ਆ। ਠੀਕ ਹੈ, ਦੇਅਰਫੋਰ ਜਿਹੜੀ ਐਗਰੀਗੇਟ ਸਪਲਾਈ ਲਾਈਨ ਇਜ਼ 45 ਡਿਗਰੀ ਲਾਈਨ। ਠੀਕ ਹੈ, ਇਹ ਤੁਹਾਨੂੰ ਪਤਾ ਹੀ ਹੈ ਵੀ 45 ਦੇ ਉੱਪਰ ਹੁੰਦੀ ਆ ਜਿਹੜੀ ਐਗਰੀਗੇਟ ਸਪਲਾਈ ਆ। ਠੀਕ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਸਾਰੇ ਆਹ ਪੁਆਇੰਟਸ ਆ ਇਕੁਅਲ ਹੁੰਦੇ ਆ, ਇਕੁਅਲ ਪ੍ਰਪੋਰਸ਼ਨ ਤੇ ਹੁੰਦੇ ਆ। ਠੀਕ ਹੈ, ਸੋ ਆਲਸੋ ਨੋਨ ਐਜ਼ ਅ ਲਾਈਨ ਆਫ ਇਕੁਆਲਿਟੀ, ਇਹਨੂੰ ਕੀ ਕਿਹਾ ਜਾਂਦਾ? ES ਨੂੰ ਹੋਰ ਕੀ ਕਿਹਾ ਜਾਂਦਾ? ਐਗਰੀਗੇਟ ਸਪਲਾਈ ਨੂੰ ਹੋਰ ਕੀ ਕਿਹਾ ਜਾਂਦਾ? ਲਾਈਨ ਆਫ ਇਕੁਆਲਿਟੀ ਕਿਹਾ ਜਾਂਦਾ। ਹੁਣ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਵੀ ਇਹਨਾਂ ਦੇ ਕਨਸੈਪਟ, ਜਿਹੜਾ ਐਗਰੀਗੇਟ ਸਪਲਾਈ ਦਾ ਕਨਸੈਪਟ ਹੈ ਕਿਹਨੇ ਦਿੱਤਾ। ਠੀਕ ਹੈ, ਇਹਦੇ ਵਿੱਚ ਵੀ ਕਲਾਸੀਕਲ ਤੇ ਕੀਨਜ਼ੀਅਨ ਕਨਸੈਪਟ ਦੇਖਾਂਗੇ। ਥੈਂਕ ਯੂ।